Good morning, student. Today we are going to discuss a new chapter, capacitance and capacitor. First of all, we will discuss about the term what is capacitance. Capacitance ਦਾ ਮਤਲਬ ਹੈ capacity, ਕਿਸੇ ਕੰਡਕਟਰ ਦੀ ਕਿੰਨੀ ਕੁ capacity ਹੈ ਕਿ ਉਹ ਆਪਣੇ ਉੱਪਰ ਕਿੰਨਾ ਚਾਰਜ ਨੂੰ ਸਟੋਰ ਕਰ ਸਕਦਾ ਹੈ ਜਾਂ ਆਪਣੇ ਅੰਦਰ ਕਿੰਨੀ ਪੋਟੈਂਸ਼ੀਅਲ એનર્ਜੀ ਜਿਹੜਾ ਹੈ ਉਹ ਸਟੋਰ ਕਰ ਸਕਦਾ ਹੈ, ਉਸ ਨੂੰ ਅਸੀਂ ਉਸ ਦੀ ਜਿਹੜੀ ਕਪੈਸਿਟੈਂਸ ਬੋਲਦੇ ਹਾਂ। Capacitance is just a capacity to store charge and electrical potential energy. ਬੇਟਾ ਜਦੋਂ ਵੀ ਕਿਸੇ ਚਾਰਜ ਨੂੰ ਅਸੀਂ ਸਟੋਰ ਕਰਨਾ ਹੈ ਸਾਨੂੰ ਬੇਟਾ ਕੰਡਕਟਰ ਦੀ ਲੋੜ ਪਏਗੀ, ਕਿਉਂਕਿ ਫ੍ਰੀ ਪੁਆਇੰਟ ਚਾਰਜ ਨੂੰ ਬੇਟਾ ਹੈਂਡਲ ਕਰਨਾ ਬਹੁਤ ਡਿਫਿਕਲਟ ਹੈ। ਸਾਨੂੰ ਉਹਨੂੰ ਰੱਖਣ ਵਾਸਤੇ ਜਾਂ ਕਿਸੇ ਜਗ੍ਹਾ ਤੇ ਸਟੋਰ ਕਰਨ ਵਾਸਤੇ ਸਾਨੂੰ ਇੱਕ ਕੰਡਕਟਰ ਚਾਹੀਦਾ ਹੈ। Now we will discuss in detail what is capacitance. Suppose we have a conductor. ਸਾਡੇ ਕੋਲ ਬੇਟਾ ਕੋਈ ਕੰਡਕਟਰ ਹੈ, ਇਹਦੇ ਉੱਪਰ ਇਸ ਟਾਈਮ ਕੋਈ ਚਾਰਜ ਨਹੀਂ ਹੈ ਬੇਟਾ, ਤੇ ਜੇ ਇਹਦੇ ਉੱਪਰ ਕੋਈ ਚਾਰਜ ਨਹੀਂ ਹੈ ਤੇ ਇਸ ਦਾ ਜਿਹੜਾ ਪੋਟੈਂਸ਼ੀਅਲ ਜਿਹੜਾ ਹੋਏਗਾ ਇਟ ਵਿਲ ਬੀ ਜ਼ੀਰੋ, ਬਿਕੋਜ਼ ਪੋਟੈਂਸ਼ੀਅਲ ਬੇਟਾ ਚਾਰਜ ਕਰਕੇ ਹੀ ਪੈਦਾ ਹੁੰਦਾ ਹੈ। ਨਾਓ ਇਫ ਵੀ ਗਿਵ small charge Q to the conductor, ਬੇਟਾ ਅਸੀਂ ਥੋੜਾ ਜਿਹਾ ਚਾਰਜ ਕੰਡਕਟਰ ਨੂੰ ਦੇਤਾ ਤੇ ਕੀ ਹੋਏਗਾ, ਇਸ ਦਾ ਕੰਡਕਟਰ ਦਾ ਜਿਹੜਾ ਹੈ ਕੁਛ ਨਾ ਕੁਛ ਪੋਟੈਂਸ਼ੀਅਲ ਰੇਜ਼ ਹੋ ਜਾਏਗਾ, ਕੁਛ ਨਾ ਕੁਛ ਪੋਟੈਂਸ਼ੀਅਲ ਬੇਟਾ ਦਾ ਡਿਵੈਲਪ ਹੋਏਗਾ। ਪਹਿਲਾਂ ਜ਼ੀਰੋ ਸੀ, ਚਾਰਜ ਦੇਣ ਦੇ ਨਾਲ ਕੰਡਕਟਰ ਦਾ ਪੋਟੈਂਸ਼ੀਅਲ ਰੇਜ਼ ਹੋਏਗਾ। ਜਿਉਂ-ਜਿਉਂ ਅਸੀਂ ਕੰਡਕਟਰ ਦੇ ਉੱਪਰ ਚਾਰਜ ਸਪਲਾਈ ਕਰੀ ਜਾਵਾਂਗੇ ਤਿਉਂ-ਤਿਉਂ ਇਸ ਕੰਡਕਟਰ ਦਾ ਜਿਹੜਾ ਪੋਟੈਂਸ਼ੀਅਲ ਹੈ ਬੇਟਾ ਉਹ ਰੇਜ਼ ਹੁੰਦਾ ਜਾਏਗਾ। ਇਹਦਾ ਮਤਲਬ ਜਿਉਂ-ਜਿਉਂ ਬੇਟਾ ਅਸੀਂ ਇਹਦੇ ਉੱਪਰ ਚਾਰਜ ਸਟੋਰ ਕੀਤਾ ਤਿਉਂ-ਤਿਉਂ ਇਸ ਕੰਡਕਟਰ ਦਾ ਬੇਟਾ ਪੋਟੈਂਸ਼ੀਅਲ ਜਿਹੜਾ ਡਿਵੈਲਪ ਹੋ ਗਿਆ। ਪਹਿਲਾਂ ਪੋਟੈਂਸ਼ੀਅਲ ਜ਼ੀਰੋ, ਮੰਨ ਲਓ ਕਿ ਟੋਟਲ ਚਾਰਜ ਅਸੀਂ ਜਿਹੜਾ ਸਪਲਾਈ ਕੀਤਾ ਹੈ ਬੇਟਾ ਕੈਪੀਟਲ Q, this is the total charge supplied on the conductor and V is the potential raised. Now we can write the potential raised is directly proportional to the charge supplied. Potential कितना डेवलप होएगा वो डिपेंड करता है कि कंडक्टर के ऊपर बेटा ਅਸੀਂ चार्ज कितना सप्लाई किया है। और we can write Q proportional to V. बेटा ਜਦੋਂ ਅਸੀਂ ਇਹ proportional ਦਾ ਜਿਹੜਾ ਸਾਈਨ ਹੈ ਹਟਾਵਾਂਗੇ ਤੇ ਸਾਡੇ ਕੋਲ ਜਿਹੜਾ ਇੱਕ ਕਨਸਟੈਂਟ ਆਏਗਾ, ਉਸ ਕਨਸਟੈਂਟ ਦਾ ਨਾਮ ਬੇਟਾ ਅਸੀਂ ਰੱਖਿਆ C ਤੇ ਨਾਲ ਬੇਟਾ ਆ ਜਾਏਗਾ ਕੈਪੀਟਲ V, and that C is called capacitance of the conductor. ਇਹ ਕੰਡਕਟਰ ਦੀ ਕਪੈਸਿਟੀ ਹੈ, ਚਾਰਜ ਨੂੰ ਸਟੋਰ ਕਰਨ ਦੀ ਕਪੈਸਿਟੀ ਹੈ। ਬੇਟਾ એનર્ਜੀ ਬਾਰੇ ਮੈਂ ਗੱਲ ਇਸ ਤੋਂ ਬਾਅਦ ਡਿਸਕਸ ਕਰਦਾ ਹਾਂ, ਪਹਿਲਾਂ ਅਸੀਂ ਸਿਰਫ ਤੇ ਸਿਰਫ ਚਾਰਜ ਸਟੋਰ ਕਰਨ ਬਾਰੇ ਗੱਲ ਕਰ ਰਹੇ ਹਾਂ। This is called capacitance. It is the capacity to store charge. Now if we look this formula, we get V equal to Q over C. ਬੇਟਾ ਸਾਡੇ ਕੋਲ ਜਿਹੜਾ V ਹੈ ਪੋਟੈਂਸ਼ੀਅਲ ਜਿਹੜਾ ਹੈ ਉਹ C ਦੇ ਇਨਵਰਸਲੀ ਆ ਗਿਆ। ਇਹਦਾ ਕੀ ਮਤਲਬ ਹੈ ਬੇਟਾ, ਜਿਉਂ ਪਹਿਲਾਂ ਸਟਾਰਟਿੰਗ ਤੇ ਚਾਰਜ ਨਹੀਂ ਸੀ, ਇਹ ਸਾਰੀ ਜੀ ਜਗ੍ਹਾ ਜਿਹੜੀ ਬੇਟਾ ਬਿਲਕੁਲ ਹੀ ਜਿਹੜੀ ਹੈ ਉਹ ਖਾਲੀ ਹੈ। ਇਹਦੇ ਆਲੇ ਦੁਆਲੇ ਬੇਟਾ ਸਾਡੇ ਕੋਲ ਡਾਇਲੈਕਟ੍ਰਿਕ ਮੀਡੀਅਮ ਹੈ, ਇਨਸੂਲੇਟਿੰਗ ਮੀਡੀਅਮ ਹੈ, ਫॉर एग्जांपल 에ਅਰ ਹੈ। ਪਹਿਲਾਂ ਬੇਟਾ ਚਾਰਜ ਬਿਲਕੁਲ ਨਹੀਂ ਹੈ, ਉਸ ਟਾਈਮ ਤੇ ਪੋਟੈਂਸ਼ੀਅਲ ਜ਼ੀਰੋ। ਜਦੋਂ ਬੇਟਾ ਇਸ ਤੇ ਚਾਰਜ ਸਟੋਰ ਕਰਨਾ ਸ਼ੁਰੂ ਕੀਤਾ, ਤੁਸੀਂ ਦੇਖਿਆ ਹੋਣਾ ਬੇਟਾ ਜੇ ਚਾਰਜ ਸਟੋਰ ਕਰੋਗੇ ਪੋਟੈਂਸ਼ੀਅਲ ਤੇ ਭਾਵੇਂ ਬੇਟਾ ਵਧੇਗਾ, ਪਰ ਇਹਦੀ ਚਾਰਜ ਨੂੰ ਸਟੋਰ ਕਰਨ ਦੀ ਬੇਟਾ ਜਿਹੜੀ ਸਪੇਸ ਹੈ ਉਹ ਘਟਦੀ ਜਾਏਗੀ। ਕਹਿਣ ਦਾ ਮਤਲਬ ਹੈ ਇਹਦੀ ਜਿਹੜੀ ਕੈਪੈਸਿਟੀ ਹੈ ਟੂ ਸਟੋਰ ਦਾ ਚਾਰਜ ਡਿਕਰੀਜ਼ਸ। ਇਟ ਮੀਨਸ ਜਿਉਂ-ਜਿਉਂ ਪੋਟੈਂਸ਼ੀਅਲ ਵਧੇਗਾ ਕੈਪੈਸਿਟੀ ਜਿਹੜੀ ਹੈ ਬੇਟਾ ਡਿਕਰੀਜ਼ ਹੁੰਦੀ ਜਾਏਗੀ। ਇਸ ਫਾਰਮੂਲੇ ਤੋਂ ਬੇਟਾ ਸਾਨੂੰ ਸਾਫ਼ ਕਲੀਅਰ ਹੈ ਕਿ capacity of a conductor and potential of the conductor, they are inversely proportional to each other.
if the capacity is large, it means its potential will be less, and if the potential is high, then its capacity become low for fixed amount of charge Q. हाँ जी बेटा, it's clear. Now this is the capacitance and its unit is farad. बेटा जेड़ा SI यूनिट है it is farad, FARAD. इस ਨੂੰ ਅਸੀਂ बेटा सिंबल ਜਿਹੜਾ है कैपिटल F ਦੇ ਨਾਲ ਲਿਖ ਲਾਵਾਂਗੇ. Farad is the SI unit of capacitance. बेटा फैरड ਜਿਹੜਾ है साइंटिस्ट ਦਾ नेम है. ਕਈ ਵਾਰੀ ਸਾਡੇ ਮਾਈਂਡ ਵਿੱਚ ਕੁਐਸਚਨ ਆਏਗਾ, ਕੰਡਕਟਰ ਨੇ ਆਪਣੇ ਅੰਦਰ ਕੀ ਸਟੋਰ ਕੀਤਾ? बेटा इन्हें ते स्टोर किया चार्ज, होर इन्हें अपने अंदर एनर्जी स्टोर की है. तो जे इन्हें चार्ज स्टोर किया है, तो जे इन्हें एनर्जी स्टोर की है, तो कैपेसिटेंस जिहड़ा है इहदा यूनिट फिर कूलम ते जां बेटा जिहड़ा है जाउल, यह क्यों नहीं है? जां तो कैपेसिटेंस का यूनिट कूलम होंदा ते जां जाउल होंदा, क्योंकि कैपेसिटर का मतलब कंडक्टर ने अपने ऊपर चार्ज स्टोर करना है या एनर्जी स्टोर करनी है. For example, suppose we have a storage tank. बेटा एक वाटर का टैंक है, जे उन्हें अपने अंदर वाटर या ऑयल ਨੂੰ स्टोर करना है, तो बेटा ਉਹਦੀ ਜਿਹੜੀ कैपेसिटी है ਉਹ ਅਸੀਂ ਲੀਟਰ ਵਿੱਚ ਲਿਖਦੇ ਹਾਂ ਜਾਂ ਗੈਲਨ. ਉਹਦੀ कैपेसिटी ਉਹਦੇ ਵਿੱਚ ਹੀ ਲਿਖਦੇ ਹਾਂ. ਜਿਹੜੀ ਚੀਜ਼ ਉਹਨੇ ਅੰਦਰ स्टोर करनी है ਕਿਸੇ ਸਾਇੰਟਿਸਟ ਦੇ ਨੇਮ ਤੇ ਨਹੀਂ ਲਿਖਦੇ. पर असी बेटा ਇਹਦੀ कैपेसिटी ਜਿਹੜੀ है कूलम या ਇਹਦਾ यूनिट कूलम या जाउल नहीं लिया, असी ਇਹਦਾ यूनिट बेटा साइंटिस्ट ਦੇ नेम ਤੇ ਰੱਖਿਆ ਗਿਆ है फैरड. ਇਹਦਾ ਕਾਰਨ ਇਹ ਹੈ ਕਿ ਜਿਹੜੀ कैपेसिटी है ਕਿਸੇ ਕੰਡਕਟਰ ਦੀ ਉਹ ਡਿਪੈਂਡ ਕਰਦੀ ਹੈ ਕਿ ਉਹਦੇ ਆਲੇ ਦੁਆਲੇ ਮੀਡੀਅਮ ਕਿਹੜਾ ਹੈ. ਮੀਡੀਅਮ ਦੇ ਅਕੋਰਡਿੰਗ ਹੀ ਜਿਹੜੀ ਹੈ ਕੰਡਕਟਰ ਦੀ ਜਿਹੜੀ ਹੈ कैपेसिटी ਜਿਹੜੀ ਹੈ ਡਿਸਾਈਡ ਹੁੰਦੀ ਹੈ. ਜੇ ਇਹਦੇ ਆਲੇ ਦੁਆਲੇ 에ਅਰ ਹੈ ਉਦੋਂ कैपेसिटी होर होएगी, ਜਾਂ कोई होर ਅਸੀਂ मीडियम है वाटर या माइका कोई भी ਆਪਾਂ इंसुलेटिंग मटीरियल रख ਦਿੰਦੇ ਹਾਂ, ਇਹਦੀ ਕਿਹੜੀ कैपेसिटी है कंडक्टर ਦੀ बेटा ਉਹ चेंज हो ਜਾਂਦੀ है. ਪਰ ਜਿਹੜੀ ਉਹ ਸਟੋਰੇਜ ਟੈਂਕ ਦੀ ਮੈਂ ਗੱਲ ਕਰ ਰਿਹਾ ਉਹਦੀ कैपेसिटी ਜਿਹੜੀ ਹੈ ਉਹ ਮੀਡੀਅਮ ਤੇ ਡਿਪੈਂਡ ਨਹੀਂ ਕਰਦੀ. ਜਿਹੜਾ ਮਰਜ਼ੀ ਮੀਡੀਅਮ 'ਚ ਜਾ ਕੇ ਉਹ ਟੈਂਕ ਨੂੰ ਰੱਖੋ, ਉਹਦੀ ਜਿਹੜੀ कैपेसिटी ਹੈ ਉਹ ਸੇਮ ਰਹੇਗੀ. ਤੇ ਜੇ ਇਹਦੀ कैपेसिटी ਹਰ ਇੱਕ ਮੀਡੀਅਮ ਵਾਸਤੇ बेटा ਚੇਂਜ ਹੋ ਰਹੀ ਹੈ, ਤਾਂ ਸਾਨੂੰ ਬਾਰ-ਬਾਰ ਲਿਖਣ ਵਾਸਤੇ ਮੈਂਸ਼ਨ ਕਰਨਾ ਪਏਗਾ कि capacity of the conductor is, for example, 1 coulomb in water, its capacity is 10 coulomb in oil. बेटा बार बार सानू मैंशन करना पड़ेगा. बेटा इस प्रॉब्लम तो बचन लई असी इहदा जिहड़ा है यूनिट ही जिहड़ा है वो असी फैरड रखिया है, साइंटिस्ट दे नेम ते है. नाउ SI यूनिट ऑफ कैपेसिटेंस इज फैरड. नाउ if V is equal to 1, बेटा मान लो V साडा पोटेंशियल 1 है. If V equal to 1, then Q will be equal to C. It means capacitance, बेटा दी definition है, it means capacitance of a conductor is just equal to charge required to raise the potential by 1 unit. बेटा एक यूनिट पोटेंशियल ਨੂੰ ਅਸੀਂ रेज करना है, पोटेंशियल ਨੂੰ बेटा ਵਧਾਣਾ है, ਤੇ चार्ज चाहिए है. एक यूनिट पोटेंशियल ਨੂੰ ਵਧਾਣਾ है, जिन्ना चार्ज ਦੀ बेटा ਸਾਨੂੰ ਲੋੜ ਪਏਗੀ ਉਸ ਨੂੰ ਅਸੀਂ ਉਸ ਕੰਡਕਟਰ ਦੀ कैपेसिटी ਜਾਂ कैपेसिटेंस बेटा ਉਹਨੂੰ ਅਸੀਂ ਬੋਲਦੇ ਹਾਂ. It is the capacity to raise the 1 unit potential, then charge required. Hence, we can write 1 farad is equal to, बेटा 1 farad की बनेगा, इत्थों जे बेटा ਅਸੀਂ C ਦੀ ਵੈਲਿਊ ਨਿਕਾਲ ਲਈਏ, ਸਾਡੇ ਕੋਲ ਜਿਹੜਾ ਹੈ C ਦੀ ਵੈਲਿਊ ਆਏਗੀ कैपिटल Q divided by V. C ਦੀ ਵੈਲਿਊ ਆਏਗੀ बेटा कैपिटल Q divided by V. 1 farad ਇਹ बेटा C ਦੀ ਜਗ੍ਹਾ ਤੇ ਆ ਗਿਆ, Q ਦੀ ਜਗ੍ਹਾ ਤੇ 1 ਕੂਲਮ
बेटा आ कैपेसिटी है ए कूलम डिवाइडेड बाय 1 वोल्ट। इट मीन्स 1 फैरड इज इक्वल टू 1 कूलम पर वोल्ट। 1 farad is equal to 1 coulomb per volt. Capacity of a conductor or capacitor is said to be 1 farad if 1 coulomb of charge is required. बेटा कादी किलो चाहिए to raise the potential by 1 volt. 1 वोल्ट पोटेंशियल ਵਧਾਉਣਾ ਚਾਹੁੰਦੇ ਹਾਂ ਜੇਕਰ ਸਾਨੂੰ 1 ਕੂਲਮ ਚਾਰਜ ਦੀ ਲੋੜ ਪਵੇ then कैपेसिटी जिहड़ी है कंडक्टर दी उसनूं बेटा असी 1 फैरड कहते हैं। हाँ जी बेटा इस तक तुहानूं क्लीयर है। नाउ 1 फैरड इट इज अ वेरी बिग यूनिट ऑफ कैपेसिटेंस। बेटा 1 फैरड जिहड़ा है एक बहुत ही वड्डा यूनिट है कैपेसिटेंस का। आओ बेटा इसनूं असी जिहड़ा है स्टडी करते हैं। मान लो साडे कोल एक सफेरिकल कंडक्टर है। बेटा एक सफीयर है जिसका रेडियस O एंड जिसका बेटा सेंटर O ते रेडियस जिहड़ा है बेटा R है। इस सफेरिकल कंडक्टर नूं असी बेटा यूनीफॉर्मली चार्ज कर लें। बेटा चार्ज करने वास्ते सानू की करना पएगा, इस कंडक्टर दे नाल बेटा चार्ज आया किथों, इस कंडक्टर दे नाल असी जिहड़ी है एक बैटरी लगावांगे ते नाल बेटा जिहड़ा दूसरा एंड है बैटरी दा वो अर्थ कर देंगे। बेटा नाल याद रखना है आ जिहड़ा सिंबल है पहला लाइन वड्डी है उस तो बाद बेटा छोटी होंदी गई, यह सिंबल अर्थ दा है। तो बेटा जी है पॉजिटिव लाइन एक है छोटी लाइन है, एक वड्डी लाइन एक छोटी। बेटा यह बैटरी दे 2 टर्मिनल्स ने, एक पॉजिटिव टर्मिनल एक नैगेटिव टर्मिनल। इस सफेरिकल कंडक्टर नूं जे चार्ज करना है तो बेटा चार्ज करने वास्ते सानू कोई बैटरी चाहिए है, क्योंकि चार्ज की सप्लाई तो बेटा बैटरी ही करेगी। असी बैटरी का पॉजिटिव टर्मिनल जिहड़ा है वो सफेरिकल कंडक्टर दे नाल अटैच कर दिता ते नैगेटिव टर्मिनल नूं असी बेटा ग्राउंडेड कर दिता। नाउ व्हाट विल हैपन, बेटा आ साडे कोल जिहड़ा सफीयर सी पहला न्यूट्रल सी, अंदर जिन्ना पॉजिटिव चार्ज है उन्ना ही अंदर नैगेटिव चार्ज है। होया कि जिहड़ा इहदे अंदर जिहड़े इलैक्ट्रॉन सी बेटा वो इलैक्ट्रॉन ए पॉजिटिव टर्मिनल ऑफ द बैटरी ने अपने वाल अट्रैक्ट कर ले। जिहड़े इहदे इलैक्ट्रॉन सी बेटा वो पॉजिटिव टर्मिनल ऑफ द बैटरी वाल बेटा अट्रैक्ट हो गए, तो जो सारे इलैक्ट्रॉन बेटा इधर आ जाएंगे तो पिछे जिहड़ा है चार्ज वो पॉजिटिव रहिंदा जाएगा। ਇਹਦਾ मतलब बैटरी चार्ज किवें कीता इहने पॉजिटिव, इन्हें ਇਹਦੇ इलैक्ट्रॉन ਜਿਹੜੇ ਨੇ ਆਪਣੇ ਵੱਲ अट्रैक्ट कर ले ने, तो जो बेटा ने इलैक्ट्रॉन लॉस करते तो ਇਹਦੇ ਉੱਪਰ ओना ही ਜਿਹੜਾ है पॉजिटिव चार्ज आ गया। दिस इज द मेथड ऑफ चार्जिंग द spherical conductor। now suppose this is a spherical conductor, radius बेटा ਇਹਦਾ r है ਤੇ चार्ज ਜਿਹੜਾ ਇਹਦੇ ਉੱਪਰ बेटा ਅਸੀਂ ਦਿੱਤਾ ਹੈ कैपिटल Q, ਤੇ चार्ज हमेशा सरफेस ਦੇ ਉੱਪਰ ਹੀ ਰਹਿੰਦਾ ਹੈ। ਜੇ ਅੰਦਰ ਚਾਰਜ ਡਿਸਟ੍ਰੀਬਿਊਟ ਕਰਨ ਦੀ ਕੋਸ਼ਿਸ਼ ਕਰੋਗੇ ਤੇ बेटा ਸਾਰਾ ਚਾਰਜ ਜਿਹੜਾ ਹੈ ਉਹਦੇ ਸਰਫੇਸ ਉੱਪਰ ਹੀ ਆ ਜਾਂਦਾ ਹੈ, ਤੇ ਅਸੀਂ ਗੌਸੀ ਥਿਓਰਮ ਚ ਆਲਰੇਡੀ बेटा डिस्कस ਕੀਤਾ है। now ਜੇ ਚਾਰਜ Q है ਤੇ इस ਸਫੈਰਿਕਲ ਜਿਹੜੇ कंडक्टर है सफीयर है इस दा पोटेंशियल कितना होएगा, इट विल बी 1/4 पाई एप्सिलॉन नॉट कैपिटल Q डिवाइडेड बाय R। बेटा ऑलरेडी असी डिस्कस कर चुके हैं कि जेड़ा चार्ज सफीयर दे आउटर सरफेस ऊपर स्टोर होया है, असी अज्यूम कर सकते हैं कि सारा चार्ज जेड़ा है सफीयर दे सेंटर ते प्रेजेंट है। नाउ जे सारा चार्ज स्फीयर दे प्रेजेंट होवे बेटा सेंटर ते ਇਹਦੇ ਸਰਫੇਸ ਉੱਪਰ ਜਿਹੜਾ ਹੈ ਪੋਟੈਂਸ਼ੀਅਲ ਉਹਦਾ ਫਾਰਮੂਲਾ ਆਏਗਾ V = 1/4 पाई एप्सिलॉन नॉट Q/R। नाउ C =
ਕਪੈਸਿਟੀ ਜਿਹੜੀ ਹੈ ਇਸ ਸਫੈਰਿਕਲ ਕੰਡਕਟਰ ਦੀ ਫਾਰਮੂਲਾ ਬੇਟਾ ਅਸੀਂ ਪੜਿਆ Q ਡਿਵਾਈਡਡ ਬਾਈ V। ਬੇਟਾ ਇੱਕ ਚੀਜ਼ ਮੈਂ ਇੱਥੇ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਅੱਗੇ ਕੋਈ ਵੀ ਆਰਟੀਕਲ ਆਏ, ਜਦੋਂ ਵੀ ਤੁਹਾਨੂੰ ਕਿਹਾ ਜਾਵੇ ਕਿ ਉਸ ਕੰਡਕਟਰ ਦੀ ਕਪੈਸਿਟਰ ਦੀ ਕਿਸੇ ਵੀ ਚੀਜ਼ ਦੀ ਕਪੈਸਿਟੀ ਨਿਕਾਲੋ, ਸਭ ਨਾਲੋਂ ਪਹਿਲਾਂ ਬੇਟਾ ਤੁਸੀਂ ਉਹਦਾ ਪੋਟੈਂਸ਼ੀਅਲ ਨਿਕਾਲਣਾ ਹੈ। ਪੋਟੈਂਸ਼ੀਅਲ ਨਿਕਾਲਣ ਤੋਂ ਬਾਅਦ ਇਹ ਜਿਹੜਾ ਫਾਰਮੂਲਾ ਹੈ C Q/V ਬੇਟਾ ਉਹਦੇ ਵਿੱਚ ਵੈਲਿਊ ਪੁੱਟ ਕਰ ਦਾਂਗੇ। ਇਹਦਾ ਮਤਲਬ ਸਾਡਾ ਫਰਸਟ ਪੁਆਇੰਟ ਆਪਣੇ ਮਾਈਂਡ ਵਿੱਚ ਰੱਖ ਲਓ ਕਿ ਜਦੋਂ ਵੀ ਕਪੈਸਿਟੀ ਨਿਕਾਲਣੀ ਹੈ ਕਿਸੇ ਵੀ ਚੀਜ਼ ਦੀ, ਸਫੈਰਿਕਲ ਕੰਡਕਟਰ ਦੀ, ਪੈਰਲਲ ਪਲੇਟ ਕਪੈਸਿਟਰ ਦੀ, ਹਮੇਸ਼ਾ ਸਾਡਾ ਜਿਹੜਾ ਹੈ ਮੇਨ ਜਿਹੜਾ ਹੈਗਾ ਫੋਕਸ ਸਭ ਨਾਲ ਪਹਿਲਾਂ ਬੇਟਾ ਉਹਦਾ ਪੋਟੈਂਸ਼ੀਅਲ ਹੀ ਨਿਕਾਲਾਂਗੇ। ਉਸ ਤੋਂ ਬਾਅਦ ਕਪੈਸਿਟੀ ਦਾ ਫਾਰਮੂਲਾ C Q/V ਤੇ ਬੇਟਾ ਅਸੀਂ V ਦੀ ਵੈਲਿਊ ਜਿਹੜੀ ਹੈ ਇਹਦੇ ਚ ਅਸੀਂ ਪੁੱਟ ਕਰਨ ਜਾ ਰਹੇ ਹਾਂ and we get C equal to Q divided by 1/4 pi epsilon naught Q divided by R। now Q and Q cancel ਤੇ ਬੇਟਾ ਇਸ ਥੱਲੇ ਵਾਲੀ ਜਿਹੜੀ ਵੈਲਿਊ ਹੈ ਉੱਪਰ ਚਲੀ ਜਾਏਗੀ and we get 4 pi epsilon naught R। this is the capacity। बेटा मैं इस जगह ते इनू लिख देना हाँ, ए बेटा डायग्राम में रब कर लगा हाँ। इस सफेरिकल कंडक्टर दी जड़ी है साडे कोल कैपेसिटी आई है C इज इक्वल टू 4 पाई एप्सिलॉन नॉट कैपिटल R। नाउ this capacity is directly proportional to radius because 4 pi epsilon naught it is a constant। capacity of a spherical conductor it is directly proportional to radius of the sphere। जिन्ना radius ज़्यादा होएगा ओनी ओदी चार्ज नू स्टोर करन दी बेटा जड़ी कैपेबिलिटी है कैपेसिटी है वो ज़्यादा होएगी। हुन सैकंड पॉइंट अपने माइंड च रखना है, कैपेसिटी जिहड़ी है एक ते डिपेंड करती है कंडक्टर दी शेप दे ऊपर। नंबर 2 कैपेसिटी जिहड़ी है डिपेंड करती है कंडक्टर दे साइज ऊपर, क्योंकि बेटा रेडियस तो डायमीटर तो उहदा साइज पता लगेगा। एंड नंबर 3 कैपेसिटी जिहड़ी है किसी भी कंडक्टर दी वो डिपेंड करती है कि किहड़े मीडियम दे विच तुसी उस चार्ज नू जिहड़ा है उस प्लेट नू कंडक्टर नू जिहड़ा है रखिया होया है मीडियम दे ऊपर भी डिपेंड करती है। 3 पॉइंट्स बेटा हो गए। नंबर 1 शेप, नंबर 2 साइज एंड नंबर 3 द मीडियम इन विच द कंडक्टर इज प्रेजेंट। नाउ C proportional to R, greater the radius of the sphere greater will be its capacity। नाउ बेटा साडी जिहड़ी अर्थ है उस दी शेप भी साडी बेटा सफेरिकल है, वो भी एक बहुत बड़ा जिहड़ा स्फीयर है ते अर्थ बेटा एक गुड कंडक्टर ऑफ चार्ज है। ਇਹਦੇ ਉੱਪਰ बेटा किन्ना ही चार्ज जिहड़ा है डेली जिहड़ा है ਇਹਦੇ अंदर एंटर करता है ड्यू टू थंडर स्टॉर्म्स एटसेट्रा ਉਹਦੇ ਕਰਕੇ बेटा। पर इन्ना वड्डा होने के बावजूद ਇਹਦਾ साइज इन्ना वड्डा है कि बेटा ਇਹਦੇ पोटेंशियल ਦੇ ਉੱਤੇ कोई फर्क नहीं पैंदा ਤੇ ਅਸੀਂ अर्थ ਦਾ ਜਿਹੜਾ पोटेंशियल है ਅਸੀਂ बेटा ਉਹਨੂੰ कांस्टेंट लेके चलते हैं। नाउ अर्थ ਦਾ ਜਿਹੜਾ बेटा रेडियस है ਉਹ ਸੀ बेटा +1 ਚ ਪੜਿਆ ਸੀ ਕਿ 6400 किलोमीटर। ਤੇ बेटा ਜੇ ਇਸ ਦੀ ਵੈਲਿਊ ਅਸੀਂ ਮੀਟਰ ਚ ਲਿਖਣੀ ਹੈ ਤੇ ਸਾਡੇ ਕੋਲ ਬਣ ਜਾਏਗਾ 6.4 multiply by 10 raised to power 6 meter। this is the value of radius of earth। बेटा बहुत वड्डा रेडियस है अर्थ दा। आओ हुण असी अर्थ दी जिहड़ी है कैपेसिटी निकालण दी कोशिश करते हैं। बिकॉज अर्थ इज ए सफेरिकल बॉडी ਤੇ बेटा जो सफेरिकल बॉडी है तो ओदी कैपेसिटी वास्ते जिहड़ा है साडा यह फार्मूला जिहड़ा है एप्लीकेबल होएगा। कैपेसिटी ऑफ अर्थ इज इक्वल टू 4 पाई एप्सिलॉन नॉट R। बेटा इत्थे जेकर असी रेडियस अर्थ दा पुट कर दिए तो साडे कोल जिहड़ी है कैपेसिटी जिहड़ी है वो अर्थ दी आ जाएगी। नाउ असी बेटा पुट करके देखते हैं। बेटा ब्लैक बोर्ड थोड़ा छोटा होने करके ते थोड़ी प्रॉब्लम है।
नाउ C इक्वल टू 4 पाई एप्सिलॉन नॉट मल्टीप्लाई बाय बेटा कैपेसिटी अर्थ की निकाल रहे हैं, रेडियस ऑफ अर्थ बेटा अर्थ का कर देने हैं 6.4 इंटू 10⁻6। नाउ वी नो दैट वैल्यू ऑफ 1/4 पाई एप्सिलॉन नॉट बेटा सानू 1/4 पाई एप्सिलॉन नॉट की वैल्यू पता है 9 इंटू 10⁻9, और बेटा साडे कोल एरकी 1 नहीं है, इट इज जस्ट 4 पाई एप्सिलॉन नॉट। ਇਹਦਾ मतलब बेटा इस ਜਿਹੜੀ वैल्यू है ਇਹਦਾ रेसिप्रोकल हो जाएगी, साडे कोल आ जाएगा 1/9 इंटू 10⁻9 मल्टीप्लाई बाय 6.4 इंटू 10⁻6। बेटा जे ਇਹਨੂੰ ਅਸੀਂ पूरा सॉल्व करते हाँ तो साडे कोल 711 माइक्रो फैरड। बेटा माइक्रो आया, माइक्रो का मतलब है कि साडे कोल 10⁻6 बेटा लगेगा। बेटा जो पावर्स नू हल करोगे ए पावर जी ऊपर जाके 10⁻9 तो बेटा इधरों 6 जाएगा -3, बाकी बेटा इतो सेटिंग है 711 माइक्रो फैरड। बेटा अर्थ दा रेडियस इन्ना ज्यादा होने के बावजूद भी अर्थ दी बेटा जी कैपेसिटी है सिर्फ ते सिर्फ बेटा साडे कोल आई है 711 माइक्रो फैरड। बेटा वो भी फैरड च नहीं आई, माइक्रो फैरड च आई है। कहने का मतलब अर्थ की कैपेसिटी जी है पूरी 1 फैरड नहीं है। अर्थ की बेटा जो कैपेसिटी 1 फैरड नहीं आई, इट मीन्स 1 फैरड इज ए वेरी बिग यूनिट ऑफ कैपेसिटेंस। 1 फैरड जिहड़ा है बहुत ही वड्डा यूनिट है कैपेसिटेंस का। ਇਹਦੇ वास्ते बेटा सानू जिहड़ी कैपेसिटी 1 फैरड जे पैदा करनी है तो सानू जिहड़ा है कितना रेडियस चाहिए है बेटा वो भी असी फाइंड आउट करके देखते हाँ। नाउ बेटा सारा चीज तुसी शायद नाल दे नाल बेटा तुसी नोट कर लिया है। नाउ इफ वी वांट बेटा नोट कर लो कैपेसिटी अर्थ दी 711 माइक्रोफैरड। बेटा जे कैपेसिटी अर्थ दी 1 फैरड नहीं आई, ਇਹਦਾ मतलब 1 फैरड इज ए वेरी बिग यूनिट ऑफ कैपेसिटेंस। नाउ बेटा हुण 1 फैरड जे असी 1 फैरड कैपेसिटी चाहते हाँ तो सानू उस सफीयर का रेडियस कितना होना चाहिए है। बेटा सी की जगह असी 1 भर देंगे हाँ क्योंकि कैपेसिटी सानू बेटा 1 चाहिए है। ਇਹਦੀ जगह ਤੇ ਸਾਡੇ ਕੋਲ वैल्यू आ गई बेटा 9 इंटू 10⁻9 एंड r इज द रेडियस। तो बेटा इनू ऊपर ले जाने हाँ, देन r विल बी इक्वल टू 9 मल्टीप्लाई बाय 10⁻9 मीटर। ਇਹਦਾ मतलब बेटा 1 फैरड है, बेटा 1 फैरड है कैपेसिटी, ਇਹਦੀ जगह ਤੇ वैल्यू पुट कर दी। ਇਹਦਾ मतलब जे 1 फैरड कैपेसिटी बेटा तुसी पैदा करनी है तो सानू एक सफीयर चाहिए है जिस दा रेडियस 9 इंटू 10⁻9 मीटर है। पर बेटा जे अर्थ दे रेडियस की गल करिए, रेडियस ऑफ अर्थ वो तो 6.4 10⁻6 मीटर है। बेटा अर्थ इन्ना वड्डा सफीयर ओदा रेडियस 10⁻6 च आ रहा है, पर सानू 1 फैरड कैपेसिटी पैदा करने वास्ते 10⁻9 मीटर रेडियस चाहिए। कहने का मतलब एक सफीयर चाहिए जिहड़ा अर्थ दे नालों भी वड्डा होवे बेटा, विच इज इम्पॉसिबल। ਇਹਦਾ मतलब 1 फैरड कैपेसिटी जी है पैदा करनी बेटा बहुत ही डिफिकल्ट है, बिकॉज द रेडियस रिक्वायर्ड फॉर 1 फैरड कैपेसिटी इज 9 इंटू 10⁻9 मीटर विच इज इम्पॉसिबल। नाउ कम टू नेक्स्ट पॉइंट। बेटा हुणे असी जिहड़ा है इनू डिस्कस किया कि जिहड़ी कैपेसिटी है रेडियस ते डायरैक्टली है। बेटा मैं हले सिर्फ ते सिर्फ सफेरिकल शेप वाला जिहड़ा कंडक्टर है ओदी गल कर रहा हाँ। कैपेसिटी जिहड़ी है रेडियस ऑफ द सफीयर ओदे बेटा डायरैक्टली है। तो जे साडे कोल बेटा 2 सफीयर्स होन, मान लो साडे कोल 2 सफीयर्स ने, एक दा रेडियस बेटा r1 है, एक दा रेडियस जिहड़ा है वो r2 है। नाउ इन्हां दोनों विच बेटा साडी जिहड़ी है कैपेसिटी किहदी ज्यादा होएगी, साडी बेटी कैपेसिटी जिहड़ी है बेटा उस सफीयर दी ज्यादा होएगी जिहदा रेडियस ज्यादा है, r2 दी ज्यादा होएगी। नाउ इफ c proportional to r, similarly we can write
ਇਹਦੀ ਕਪੈਸਿਟੀ ਨੂੰ ਬੇਟਾ ਅਸੀਂ C1 ਲਿਖ ਲਿਆ। ਇਟ ਵਿਲ ਬੀ ਪ੍ਰਪੋਰਸ਼ਨਲ ਟੂ R1। ਇਹਦੀ ਕਪੈਸਿਟੀ ਨੂੰ ਅਸੀਂ ਬੇਟਾ C2 ਲਿਖ ਲੈਂਦੇ ਹਾਂ। ਇਟ ਵਿਲ ਬੀ ਪ੍ਰਪੋਰਸ਼ਨਲ ਟੂ R2। ਤੇ ਜੇ ਦੋਨਾਂ ਨੂੰ ਅਸੀਂ ਡਿਵਾਈਡ ਕਰਾਂਗੇ, ਪ੍ਰਪੋਰਸ਼ਨੈਲਿਟੀ ਜਿਹੜਾ ਕਨਸਟੈਂਟ ਹੈ ਉਹ ਵਿੱਚੋਂ ਕੈਨਸਲ ਹੋ ਜਾਏਗਾ ਐਂਡ ਵੀ ਗੈਟ C1 divided by C2 will be equal to R1 over R2। C1 divided by C2 will be equal to R1 over R2। ਬੇਟਾ ਇਹ ਫਾਰਮੂਲੇ ਨੂੰ ਤੁਸੀਂ ਆਪਣੇ ਮਾਈਂਡ 'ਚ ਰੱਖਣਾ ਹੈ। ਜਦੋਂ ਵੀ ਤੁਹਾਨੂੰ ਦੋ ਸਫੈਰਿਕਲ ਕੰਡਕਟਰ ਦਿੱਤੇ ਹੋਣ, ਦੋਨਾਂ ਦਾ ਰੇਡੀਅਸ ਦਿੱਤਾ ਹੋਵੇ ਜਾਂ ਇੱਕ ਦੀ ਵਿੱਚੋਂ ਕੋਈ ਕਪੈਸਿਟੀ ਦਿੱਤੀ ਹੋਵੇ, ਤੇ ਬੇਟਾ ਦੂਸਰੇ ਦੀ ਜਿਹੜੀ ਕਪੈਸਿਟੀ ਜਿਹੜੀ ਹੈ ਅਸੀਂ ਨਿਕਾਲ ਸਕਦੇ ਹਾਂ। ਕਪੈਸਿਟੀ ਜਿਹੜੀ ਹੈ ਬਿਲਕੁਲ ਰੇਡੀਅਸ ਦੇ ਆਪਣੇ ਆਪਣੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ। ਨਾਓ ਦਿਸ ਇਜ਼ ਆਲ ਅਬਾਊਟ ਕਪੈਸਿਟੈਂਸ, ਕਿ ਕਪੈਸਿਟੈਂਸ ਜਿਹੜਾ ਹੈ ਉਹਨੇ ਚਾਰਜ ਨੂੰ ਸਟੋਰ ਕਰਨ ਦੀ ਅਬਿਲਿਟੀ ਹੈ। ਬੇਟਾ ਕਿਸੇ ਕੰਡਕਟਰ ਦੀ ਚਾਰਜ ਨੂੰ ਸਟੋਰ ਕਰਨ ਦੀ ਅਬਿਲਿਟੀ, ਉਸ ਨੂੰ ਅਸੀਂ ਬੋਲਦੇ ਹਾਂ ਬੇਟਾ ਉਹਦੀ ਕਪੈਸਿਟੈਂਸ। ਬੇਟਾ ਹੁਣ ਅਸੀਂ ਦੇਖਦੇ ਹਾਂ ਕਿ ਇੱਕ ਵਰਡ ਮੈਂ ਹੋਰ ਬੋਲਿਆ ਸੀ ਕਿ ਕਪੈਸਿਟੈਂਸ ਇਜ਼ ਦਾ ਅਬਿਲਿਟੀ ਟੂ ਸਟੋਰ ਚਾਰਜ ਐਂਡ ਆਲਸੋ ਅਬਿਲਿਟੀ ਟੂ ਸਟੋਰ ਇਲੈਕਟ੍ਰਿਕ ਪੋਟੈਂਸ਼ੀਅਲ એનર્ਜੀ। ਬੇਟਾ એનર્ਜੀ ਵੀ ਆਪਣੇ ਉੱਪਰ ਉਹਨੇ ਜਿਹੜਾ ਹੈ ਉਹਨੂੰ ਸਟੋਰ ਕਰਨਾ ਹੈ। ਨਾਓ ਮੰਨ ਲਓ ਬੇਟਾ ਇਹ ਕੋਈ ਕੰਡਕਟਰ ਹੈ ਜਿਹਦੇ ਉੱਪਰ ਪਹਿਲਾਂ ਕੋਈ ਚਾਰਜ ਨਹੀਂ ਹੈ। ਬੇਟਾ ਜੇ ਚਾਰਜ ਨਹੀਂ ਹੈ ਤੇ ਇਹਦੀ ਜਿਹੜੀ ਹੈ એનર્ਜੀ ਜਿਹੜੀ ਹੈ ਜ਼ੀਰੋ ਹੈ, ਕੋਈ ਵੀ ਸਾਨੂੰ ਵਰਕ ਕਰਨ ਦੀ ਲੋੜ ਨਹੀਂ ਹੈ। ਮੰਨ ਲਓ ਅਸੀਂ ਥੋੜਾ ਜਿਹਾ ਚਾਰਜ, ਮੰਨ ਲਓ ਇਹ ਪੋਜ਼ਿਟਿਵ ਚਾਰਜ ਹੈ ਬੇਟਾ, ਇਹਦੇ ਉੱਤੇ ਸਟੋਰ ਕਰ ਦਿੱਤਾ। ਬੇਟਾ ਚਾਰਜ ਦੀ ਸਪਲਾਈ ਕੌਣ ਕਰੇਗਾ? ਇਹ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਚਾਰਜ ਦੀ ਸਪਲਾਈ ਦਾ ਕੰਮ ਹੈ ਬੇਟਾ ਬੈਟਰੀ ਦਾ। ਮੰਨ ਲਓ ਥੋੜਾ ਜਿਹਾ ਬੇਟਾ ਚਾਰਜ ਅਸੀਂ ਸਟੋਰ ਕੀਤਾ, ਉਹਦੇ ਨਾਲ ਕੀ ਹੋਇਆ ਬੇਟਾ, ਇਹਦਾ ਪੋਟੈਂਸ਼ੀਅਲ ਰੇਜ਼ ਹੋ ਗਿਆ। ਥੋੜਾ ਜਿਹਾ ਚਾਰਜ ਸਟੋਰ ਕਰਨ ਦੇ ਨਾਲ ਇਹਦਾ ਪੋਟੈਂਸ਼ੀਅਲ ਵੱਧ ਗਿਆ। ਤੇ ਜੇ ਅਸੀਂ ਹੋਰ ਚਾਰਜ ਨੂੰ ਸਟੋਰ ਕਰਾਂਗੇ ਤੇ ਜਿਹੜਾ ਚਾਰਜ ਬੇਟਾ ਪਹਿਲਾਂ ਸਟੋਰ ਹੈ ਉਹਦੇ ਪੋਟੈਂਸ਼ੀਅਲ ਦੇ ਅਗੇਂਸਟ ਸਾਨੂੰ ਵਰਕ ਕਰਨਾ ਪਏਗਾ, ਕਿਉਂਕਿ ਬੇਟਾ ਇਸ ਚਾਰਜ ਨੇ ਸਾਡੇ ਦੂਸਰੇ ਚਾਰਜ ਨੂੰ ਰਿਪੈਲ ਕਰਨਾ ਹੈ। ਕਿਉਂਕਿ ਇਹ ਚਾਰਜ ਆਲਰੇਡੀ ਸਟੋਰ ਹੋ ਗਿਆ, ਉਹਨੇ ਆਪਣਾ ਪੋਟੈਂਸ਼ੀਅਲ ਵਧਾ ਲਿਆ। ਕਿ ਹੋਰ ਚਾਰਜ ਬੇਟਾ ਬਾਹਰੋਂ ਆਏਗਾ, then we have to do work against repulsion due to the charge already stored, and hence that work done by the battery will get stored in the conductor in the form of potential energy। ਹਾਂਜੀ ਬੇਟਾ ਕਲੀਅਰ। ਜਿਉਂ-ਜਿਉਂ ਚਾਰਜ ਸਟੋਰ ਹੁੰਦਾ ਜਾਏਗਾ ਨਾਲ ਨਾਲ ਜਿਹੜਾ ਹੈ ਕੰਡਕਟਰ ਦੇ ਵਿੱਚ એનર્ਜੀ ਵੀ ਜਿਹੜੀ ਹੈ ਉਹ ਸਟੋਰ ਹੁੰਦੀ ਜਾਏਗੀ। ਨਾਓ ਇਸ ਤੋਂ ਬਾਅਦ ਬੇਟਾ ਜਿਹੜਾ ਅਸੀਂ ਆਰਟੀਕਲ ਜਿਹੜਾ ਹੈ ਉਹ ਨੈਕਸਟ ਜਿਹੜਾ ਹੈ ਅਸੀਂ ਚੈਪਟਰ ਆਪਣਾ ਨੈਕਸਟ ਜਿਹੜਾ ਲੈਕਚਰ ਦੇ ਵਿੱਚ ਅਸੀਂ ਜਿਹੜਾ ਇਹਨੂੰ ਡਿਸਕਸ ਕਰਾਂਗੇ। ਥੈਂਕ ਯੂ।